विद्यार्थियों, मैं रजवंत कौर पंजाबी मिस्ट्रेस सरकारी सीनियर सैकेंडरी स्कूल माड़ी बुच्चियां जिला गुरदासपुर। अज जिस विषय ते असी गल करन जा रहे हाँ वो है समूह का सार्थिक प्रभाव ते उसकी अगवाई। प्यारे विद्यार्थियों, अज जिस विषय ते असी गल करन जा रहे हाँ उसका साडे जीवन विच अहम स्थान है, क्योंकि असी घर विच भी सारे मैंबरां दा जो उन्हां दा सुभाव हुंदा है, उन्हां दी सोच हुंदी है, उसनूं अपनाउंदे हाँ। इसे तरह ही असी अपने साथियां, अपने सहयोगियां जिन्हां दे नाल असी स्कूल विच स्कूल तो बाहर भी विचरदे हाँ ते उन्हां दी सोच, उन्हां दी कहनी करनी नूं अपनाउंदे हाँ। जिवें दी उन्हां दी सोच हुंदी है ਜਾਂ ਜਿਵੇਂ ਦੇ ਉਹ ਕੰਮ ਕਰਦੇ ਹਨ, ਅਸੀਂ ਵੀ ਉਹਨਾਂ ਦੇ ਸੁਭਾਅ ਨੂੰ, ਉਹਨਾਂ ਦੀ ਸੋਚ ਨੂੰ ਕਬੂਲ ਕਰਦੇ ਹਾਂ। ਇਹ ਪ੍ਰਭਾਵ ਸਾਡੇ ਉੱਪਰ ਪੈਂਦਾ ਹੈ। ਇਹ ਪ੍ਰਭਾਵ ਸਾਡੇ ਉੱਪਰ ਸਕਾਰਾਤਮਕ ਤਰੀਕੇ ਨਾਲ ਵੀ ਪੈਂਦਾ ਹੈ ਤੇ ਨਕਾਰਾਤਮਕ ਤਰੀਕੇ ਦੇ ਨਾਲ ਵੀ। ਪਰ ਅਸੀਂ ਹਮੇਸ਼ਾ ਹੀ ਜ਼ਿੰਦਗੀ ਵਿੱਚ ਮੰਜ਼ਿਲਾਂ ਨੂੰ ਛੂਹਣਾ ਹੈ ਤੇ ਅਸੀਂ ਚੰਗੇ ਸਾਥੀਆਂ, ਚੰਗੇ ਸਹਿਯੋਗੀਆਂ ਦਾ ਸਾਥ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਹੈ। ਜੇਕਰ ਅਸੀਂ ਚੰਗੇ ਸਾਥੀਆਂ ਦਾ ਸਾਥ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਤੇ ਸਾਡਾ ਜੀਵਨ ਸੁਖਾਲਾ ਹੋ ਜਾਏਗਾ। ਸਾਨੂੰ ਜੀਵਨ ਦੇ ਵਿੱਚ ਕੋਈ ਮੁਸ਼ਕਲ ਜਿਹੜੀ ਉਹਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜੇਕਰ ਅਸੀਂ ਚੰਗੇ ਸਾਥੀ ਦੀ ਸੰਗਤ ਕਰਦੇ ਹਾਂ ਤੇ ਉਹ ਸਾਡੇ ਸੁਭਾਅ ਦੇ ਵਿੱਚ ਵੀ ਬਹੁਤ ਸਾਰੀ ਚੇਂਜ ਆਉਂਦੀ ਹੈ, ਫਰਕ ਪੈਂਦਾ ਹੈ। कहने का मतलब कि जे असी चंगी संगत करते हाँ, जैसी संगत तैसी रंगत। जे चंगे साथियों की संगत करांगे, उन्होंने सुभाव नूं अपनावांगे, उन्होंने काम नूं, उन्होंने सोच नूं सकारात्मक तरीके नाल लैके चलांगे ते असी हमेशा जिंदगी दे विच कामयाब होवांगे। कदे भी असी माड़ी संगत का प्रभाव अपने उपर नहीं पैन देवांगे, क्योंकि जीवन साडा है ते असी अपने जीवन नूं ਵਧੀਆ ਤਰੀਕੇ ਦੇ ਨਾਲ ਲੈ ਕੇ ਚੱਲਣਾ ਹੈ ਤੇ ਫਿਰ ਹੀ ਅਸੀਂ ਜੀਵਨ ਦੇ ਵਿੱਚ ਕਾਮਯਾਬ ਹੋਣਾ ਹੈ। ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਇੱਕ ਛੋਟੀ ਜਿਹੀ ਕਹਾਣੀ ਸੁਣਦੇ ਹਾਂ, ਇਸ ਤੇ ਵਿਚਾਰ ਕਰਦੇ ਹਾਂ ਕਿ ਕਿਵੇਂ ਅਸੀਂ ਜਿਵੇਂ ਦਾ ਸਾਨੂੰ ਮਾਹੌਲ ਮਿਲਦਾ ਹੈ, ਜਿਵੇਂ ਦਾ ਸਾਨੂੰ ਸੁਸਾਇਟੀ ਮਿਲਦੀ ਹੈ, ਅਸੀਂ ਉਵੇਂ ਦੇ ਹੀ ਬਣ ਜਾਂਦੇ ਹਾਂ। ਉੱਥੋਂ ਦਾ ਪ੍ਰਭਾਵ ਜਿਹੜਾ ਉਹਨੂੰ ਕਬੂਲ ਲੈਂਦੇ ਹਾਂ। ਸਾਡੀ ਸੋਚ, ਸਾਡਾ ਗੱਲਬਾਤ ਕਰਨ ਦਾ ਨਜ਼ਰੀਆ ਉਵੇਂ ਦਾ ਹੀ ਬਣ ਜਾਂਦਾ ਹੈ। ਤੇ ਇਹ ਕਹਾਣੀ ਇੱਕ ਜੋ ਤੋਤੇ ਦਰਖਤ ਉੱਪਰ ਰਹਿੰਦੇ ਹਨ, ਉਹਨਾਂ ਦੇ ਛੋਟੇ ਛੋਟੇ ਬੱਚੇ ਹਨ, ਉਹਨਾਂ ਸੰਬੰਧੀ ਇਹ ਕਹਾਣੀ ਜਿਹੜੀ ਅਸੀਂ ਦੇਖਦੇ ਹਾਂ। ਵਿਦਿਆਰਥੀਓ, ਦੋ ਤੋਤਿਆਂ ਦੀ ਕਹਾਣੀ ਤੁਸੀਂ ਸੁਣੀ ਹੋਏਗੀ। ਇਸ ਰਾਹੀਂ ਅਸੀਂ ਸਮਝਾਂਗੇ ਕਿ ਕਿਵੇਂ ਸਾਡੇ ਉੱਪਰ ਚੰਗੀ ਤੇ ਮਾੜੀ ਸੰਗਤ ਦਾ ਪ੍ਰਭਾਵ ਪੈਂਦਾ ਹੈ। ਦੋ ਤੋਤਿਆਂ ਨੇ ਆਪਣਾ ਆਲਣਾ ਇੱਕ ਦਰਖਤ ਤੇ ਬਣਾਇਆ। ਤੁਸੀਂ ਵੇਖ ਰਹੇ ਹੋ ਤਸਵੀਰ ਉੱਪਰ, ਤੋਤਿਆਂ ਨੇ ਆਲਣਾ ਬਣਾਇਆ, ਵਿੱਚ ਉਹਨਾਂ ਨੇ ਆਂਡੇ ਦਿੱਤੇ। ਉਹਨਾਂ ਦੇ ਦੋ ਬੱਚੇ ਸਨ। ਮਾਪਿਆਂ ਨੇ ਉਹਨਾਂ ਦੀ ਚੰਗੀ ਦੇਖਭਾਲ ਕੀਤੀ। ਕੁਝ ਹਫ਼ਤਿਆਂ ਦੇ ਬਾਅਦ ਬੱਚਿਆਂ ਨੇ ਉੱਡਣਾ ਸਿੱਖ ਲਿਆ, ਪਰ ਉਹ ਚੰਗੀ ਤਰ੍ਹਾਂ ਨਹੀਂ ਉੱਡ ਸਕਦੇ ਸੀ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੀ ਚੰਗੀ ਦੇਖਭਾਲ ਕੀਤੀ ਹੈ, ਤੁਸੀਂ ਹੁਣ ਵੱਡੇ ਹੋ ਗਏ ਹੋ, ਹੁਣ ਤੁਹਾਨੂੰ ਆਪਣੇ ਆਪ ਤੇ ਨਿਰਭਰ ਹੋਣਾ ਪਵੇਗਾ, ਖੁਦ ਹੀ ਸਾਰਾ ਕੁਝ ਕਰਨਾ ਪਵੇਗਾ। ਅਗਲੀ ਸਵੇਰ ਹੋਈ, ਮਾਪੇ ਭੋਜਨ ਦੀ ਭਾਲ ਵਿੱਚ ਨਿਕਲ ਗਏ, ਦਾਣਾ ਪਾਣੀ ਲੱਭਣ ਲਈ ਚੱਲ ਪਏ। ਫਿਰ ਉਹ ਸ਼ਾਮ ਨੂੰ ਵਾਪਸ ਆਏ। ਉਹਨਾਂ ਨੇ ਬੱਚਿਆਂ ਨੂੰ ਰੋਟੀ ਖਾਣ ਨੂੰ ਦਿੱਤੀ, ਸਭ ਕੁਝ ਦਿੱਤਾ ਖਾਣ ਦੇ ਲਈ। ਉਹਨਾਂ ਦੀ ਜ਼ਿੰਦਗੀ ਦੀ ਇਹ ਰੋਜ਼ਾਨਾ ਦੀ ਰੂਟੀਨ ਬਣ ਗਈ। ਇੱਕ ਸ਼ਿਕਾਰੀ ਜਿਹੜਾ ਕਿ ਹਮੇਸ਼ਾ ਹੀ ਉਹਨਾਂ ਉੱਪਰ ਨਜ਼ਰ ਰੱਖਦਾ ਸੀ, ਉਸਨੂੰ ਪਤਾ ਸੀ ਕਿ ਉਹ ਸਵੇਰੇ ਰੋਟੀ ਲੱਭਣ ਚੱਲ ਜਾਂਦੇ ਨੇ। ਉਸਨੇ ਉਹਨਾਂ ਦੇ ਜਾਣ ਤੋਂ ਬਾਅਦ ਸੋਚਿਆ ਕਿ ਉਹ ਬੱਚਿਆਂ ਨੂੰ ਲੈ ਕੇ ਘਰ ਚਲਾ ਜਾਵੇਗਾ। ਉਸਨੇ ਬੱਚਿਆਂ ਤੇ ਹਮਲਾ ਕਰ ਦਿੱਤਾ, ਪਰ ਇੱਕ ਬੱਚਾ ਉਸ ਕੋਲੋਂ ਛੁੱਟ ਗਿਆ, ਉੱਥੇ ਹੀ ਰਹਿ ਗਿਆ।
ਉਹ ਇੱਕ ਬੱਚੇ ਨੂੰ ਆਪਣੇ ਨਾਲ ਲੈ ਕੇ ਘਰ ਆ ਗਿਆ। ਉਸਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਮੈਂ ਇੱਕ ਤੋਤੇ ਦਾ ਬੱਚਾ ਲੈ ਕੇ ਆਇਆ ਹਾਂ, ਤੁਸੀਂ ਹੁਣ ਇਸ ਨੂੰ ਆਪਣੇ ਕੋਲ ਰੱਖ ਲਵੋ। ਦੂਸਰਾ ਬੱਚਾ ਉੱਡ ਕੇ ਇੱਕ ਆਸ਼ਰਮ ਵਿੱਚ ਚਲਾ ਗਿਆ। ਉਹ ਉੱਥੋਂ ਦੇ ਚੰਗੇ ਲੋਕਾਂ ਕੋਲ ਜਾ ਕੇ ਰਹਿਣ ਲੱਗਾ। ਦੇਖੋ, ਜਿਹੜਾ ਤੋਤਾ ਸ਼ਿਕਾਰੀ ਕੋਲ ਸੀਗਾ ਉਹ ਕਿਵੇਂ ਦਾ ਬਣਿਆ ਤੇ ਜਿਹੜੇ ਤੋਤਾ ਆਸ਼ਰਮ ਚਲਾ ਗਿਆ ਸੀ ਉਹ ਕਿਵੇਂ ਦਾ ਸੀ। ਇੱਕ ਵਾਰ ਇੱਕ ਵਪਾਰੀ ਸ਼ਿਕਾਰੀ ਦੇ ਘਰ ਗਿਆ। ਵਪਾਰੀ ਕਿੱਥੇ ਗਿਆ? ਸ਼ਿਕਾਰੀ ਦੇ ਘਰ। ਤੇ ਉਸਨੇ ਤੋਤੇ ਵੱਲ ਵੇਖ ਕੇ ਕਿਹਾ ਕਿ ਇਸ ਤੋਤੇ ਦਾ ਨਾਂ ਕੀ ਹੈ? ਫਿਰ ਅਚਾਨਕ ਤੋਤਾ ਜਵਾਬ ਵਿੱਚ ਕਹਿੰਦਾ ਹੈ ਕਿ ਤੂੰ ਇੱਥੇ ਕੀ ਕਰਨ ਆਇਆ ਹੈ? ਤੋਤਾ ਕਿਸ ਨੂੰ ਕਹਿੰਦਾ ਹੈ? ਸ਼ਿਕਾਰੀ ਨੂੰ, ਵਪਾਰੀ ਨੂੰ। ਬੱਚੋ ਕਿਹਨੂੰ ਕਹਿੰਦਾ ਸੀ? ਵਪਾਰੀ ਨੂੰ। ਤੈਨੂੰ ਇੱਥੇ ਆਉਣ ਨੂੰ ਕਿਸਨੇ ਕਿਹਾ ਸੀ? ਤੂੰ ਤਾਂ ਪਾਗਲ ਏ, ਇਸ ਘਰੋਂ ਨਿਕਲ ਜਾ। ਇਹ ਸੁਣ ਕੇ ਵਪਾਰੀ ਸ਼ਿਕਾਰੀ ਨੂੰ ਤੇ ਤੋਤੇ ਨੂੰ ਬੁਰਾ ਭਲਾ ਕਹਿਣ ਲੱਗ ਪਿਆ ਤੇ ਘਰ ਛੱਡ ਕੇ ਉੱਥੋਂ ਚਲਾ ਗਿਆ। ਫਿਰ ਉਹੀ ਵਪਾਰੀ ਕਿੱਥੇ ਗਿਆ? ਆਸ਼ਰਮ ਦੇ ਵਿੱਚ ਗਿਆ ਤਾਂ ਉਸਨੇ ਦੂਸਰੇ ਤੋਤੇ ਵੱਲ ਵੇਖਿਆ ਤੇ ਉਸਨੇ ਪੁੱਛਿਆ ਕਿ ਤੇਰਾ ਨਾਮ ਕੀ ਹੈ? ਫਿਰ ਤੋਤੇ ਨੇ ਜਵਾਬ ਦਿੱਤਾ, ਆਓ ਆਓ, ਤੁਹਾਡਾ ਇੱਥੇ ਸਵਾਗਤ ਹੈ। ਮੇਰਾ ਨਾਮ ਮਿੱਠੂ ਹੈ। ਮੈਂ ਇੱਥੇ ਦੇ ਲੋਕਾਂ ਨਾਲ ਰਹਿੰਦਾ ਹਾਂ। ਇਹ ਲੋਕ ਬਹੁਤ ਚੰਗੇ ਨੇ ਤੇ ਤੁਸੀਂ ਵੀ ਸਾਡੇ ਨਾਲ ਬੈਠੋ। ਇਹ ਸੁਣ ਕੇ ਵਪਾਰੀ ਬਹੁਤ ਖੁਸ਼ ਹੋ ਗਿਆ। ਉਹ ਕਹਿੰਦਾ ਕਿ ਮੈਂ ਇੱਕ ਸ਼ਿਕਾਰੀ ਕੋਲ ਰਹਿੰਦੇ ਤੋਤੇ ਕੋਲ ਗਿਆ ਤਾਂ ਉਸਨੇ ਮੈਨੂੰ ਬੁਰਾ ਭਲਾ ਕਿਹਾ, ਪਰ ਤੂੰ ਤਾਂ ਬਹੁਤ ਚੰਗਾ ਏ। ਇਹ ਸੁਣ ਕੇ ਤੋਤਾ ਸਮਝ ਗਿਆ। ਕੀ ਸਮਝ ਗਿਆ? ਤੋਤਾ ਸਮਝ ਗਿਆ ਕਿ ਉਹ ਤੋਤਾ ਕੋਈ ਹੋਰ ਨਹੀਂ, ਉਹ ਉਸਦਾ ਭਰਾ ਹੀ ਹੈ। ਸੋ ਬੱਚਿਓ, ਅਸੀਂ ਕਹਾਣੀ ਤੋਂ ਕੀ ਸਿੱਖਿਆ? ਬੁਰੀ ਸੰਗਤ ਨਾਲ ਰਹਿਣ ਵਾਲੇ ਬੁਰੇ ਬਣ ਜਾਂਦੇ ਹਨ। ਚੰਗੀ ਸੰਗਤ ਨਾਲ ਰਹਿਣ ਵਾਲੇ ਦੂਸਰਿਆਂ ਲਈ ਵੀ ਚੰਗੇ ਹੁੰਦੇ ਹਨ। ਆਪਣੇ ਲਈ ਤਾਂ ਚੰਗੇ ਹੁੰਦੇ ਹਨ, ਪਰ ਉਹ ਦੂਸਰਿਆਂ ਲਈ ਵੀ ਚੰਗੇ ਬਣ ਜਾਂਦੇ। ਪਿਆਰੇ ਵਿਦਿਆਰਥੀਓ, ਤੁਹਾਨੂੰ ਪਤਾ ਹੀ ਹੈ ਕਿ ਸਮੂਹ ਦਾ ਪ੍ਰਭਾਵ ਸਾਡੇ ਉੱਪਰ ਪੈਂਦਾ ਹੈ। ਸਾਡੇ ਬਹੁਤ ਸਾਰੇ ਸਾਥੀ ਹੁੰਦੇ ਹਨ। ਜਿਸ ਤਰ੍ਹਾਂ ਦੇ ਤੁਹਾਡੇ ਸਾਥੀ ਹੋਣਗੇ, ਸਾਥੀਆਂ ਦਾ ਸਮੂਹ ਹੋਵੇਗਾ, ਉਸੇ ਤਰ੍ਹਾਂ ਦਾ ਹੀ ਤੁਹਾਡਾ ਕੰਮ ਅਤੇ ਸੁਭਾਅ ਬਣ ਜਾਂਦਾ ਹੈ। ਜਿਵੇਂ ਸਾਡੇ ਸਰੀਰ ਉੱਪਰ ਹਰ ਮੌਸਮ ਦਾ ਪ੍ਰਭਾਵ ਪੈਂਦਾ ਹੈ, ਉਸੇ ਤਰ੍ਹਾਂ ਹੀ ਸਮੂਹ ਦਾ ਸਾਡੇ ਜੀਵਨ ਉੱਪਰ ਬਹੁਤ ਪ੍ਰਭਾਵ ਪੈਂਦਾ ਹੈ। ਸਮਾਜ ਵਿੱਚ ਵਿਚਰਦਿਆਂ ਆਪਸੀ ਸਮਾਜਿਕ ਸਾਂਝ ਹੀ ਹਰ ਮਨੁੱਖ ਦਾ ਸਮੂਹ ਹੁੰਦਾ ਹੈ। ਇੱਕ ਆਮ ਇਨਸਾਨ ਵੀ ਜਿਹੋ ਜਿਹੇ ਸਾਥੀਆਂ ਨਾਲ ਮੇਲ ਜੋਲ ਰੱਖਦਾ ਹੈ, ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ, ਉਸ ਸਮੂਹ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਸਮੂਹ ਹੀ ਸਾਨੂੰ ਤਾਰ ਦਿੰਦਾ ਹੈ ਤੇ ਇਹ ਸਮੂਹ ਹੀ ਸਾਨੂੰ ਡੁਬੋ ਵੀ ਦਿੰਦਾ ਹੈ। ਸੋ ਬੱਚਿਓ, ਚੰਗੇ ਸਮੂਹ ਦੀ ਸੋਚ ਤੇ ਵਿਚਾਰਾਂ ਦਾ ਪ੍ਰਭਾਵ ਜਿਹੜਾ ਸਾਨੂੰ ਹਮੇਸ਼ਾ ਗ੍ਰਹਿਣ ਕਰਨਾ ਚਾਹੀਦਾ ਹੈ। ਚੰਗੇ ਸਾਥੀਆਂ ਦਾ ਸਮੂਹ ਸਾਨੂੰ ਭਾਗਾਂ ਨਾਲ ਹੀ ਮਿਲਦਾ ਹੈ। ਚੰਗੇ ਸਮੂਹ ਵਿੱਚ ਰਹਿ ਕੇ ਮਾੜੇ ਸਾਥੀ ਵੀ ਚੰਗੇ ਬਣ ਜਾਂਦੇ ਹਨ। ਬਹੁਤ ਵਾਰੀ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਕਿ ਚੰਗੇ ਸਾਥੀਆਂ ਨਾਲ ਬੁਰੇ ਮਨੁੱਖਾਂ ਦਾ ਜੀਵਨ ਵੀ ਸੁਧਰ ਜਾਂਦਾ ਹੈ। ਜੇ ਅਸੀਂ ਉਦਾਹਰਨ ਲਈਏ ਸੱਜਣ ਠੱਗ ਦੀ, ਸੱਜਣ ਠੱਗ ਵਰਗੇ ਬੁਰੇ ਲੋਭੀ ਹੰਕਾਰੀ ਇਨਸਾਨ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥ ਵਿੱਚ ਆ ਕੇ ਉਹਨਾਂ ਦੀ ਸਾਥ ਕਰਕੇ ਉਹਨਾਂ ਦਾ ਜੀਵਨ ਵੀ ਸੁਧਰ ਗਿਆ ਸੀ। ਚੰਗੇ ਸਮੂਹ ਵਿੱਚ ਰਹਿ ਕੇ ਇਨਸਾਨ ਹਮੇਸ਼ਾ ਜੀਵਨ ਵਿੱਚ ਇੱਜ਼ਤ ਮਾਣ ਖੱਟਦਾ ਹੈ। ਇਹ ਸਾਨੂੰ ਹੀਰੇ ਵਰਗਾ ਚਮਕਦਾ ਬਣਾ ਦਿੰਦਾ ਹੈ। ਬੁਰੇ ਸਮੂਹ ਦਾ ਨੁਕਸਾਨ। ਬੁਰਾ ਸਮੂਹ ਸਾਡਾ ਜੀਵਨ ਬਰਬਾਦ ਕਰ ਦਿੰਦਾ ਹੈ। ਬੱਚਿਓ, ਤੁਸੀਂ ਇੱਕ ਕਹਾਣੀ ਸੁਣੀ ਹੋਵੇਗੀ ਕਿ ਇੱਕ ਬਾਪ ਨੇ ਆਪਣੇ ਪੁੱਤਰ ਨੂੰ ਬੁਰੇ ਸਾਥੀਆਂ ਦੀ ਸੰਗਤ ਤੋਂ ਬਚਾਉਣ ਲਈ, ਉਹਨਾਂ ਦੇ ਸਾਥ ਤੋਂ ਬਚਾਉਣ ਦੇ ਲਈ ਸੇਬਾਂ ਦੇ ਟੋਕਰੇ ਵਿੱਚ ਇੱਕ ਖਰਾਬ ਸੇਬ ਰੱਖ ਕੇ ਸਮਝਾਇਆ ਸੀ ਤੇ ਫਿਰ ਉਸ ਪੁੱਤਰ ਨੂੰ ਗੱਲ ਸਮਝ ਆਈ ਸੀ ਕਿ ਉਸ ਨੂੰ ਬੁਰੇ ਸਮੂਹ ਨਾਲ ਨੁਕਸਾਨ ਹੋਵੇਗਾ। ਉਸਨੇ ਕੀ ਕੀਤਾ ਸੀ?
बुरे समूह नूं त्याग दिता सी ते चंगे साथियां दा जिहड़ा साथ जिहड़ा ਉਹਨੂੰ धारण कर लिया सी तां ਉਹਦਾ जीवन जिहड़ा ਉਹ सुधर गया सी। सानू हमेशा चेतन होने की लोड़ है। सानू अपने जीवन दे विच चलाक ते हुशियार लोकां तो चेतन रहना चाहिदा है, उन्हां तो बच के रहना चाहिदा है। प्यारे बच्चों, सानू हमेशा ये ख्याल रखना चाहिदा है कि जिन्हां साथियां नूं असीं मिलदे हां साडा वाह पैंदा है, जेकर वो बुरे हन तां उन्हां दा अपने जीवन विच कदी भी असर, उन्हां दा प्रभाव जिहड़ा उहनूं नहीं पैण देना। हमेशा चंगे मनुखां दा प्रभाव अपने जीवन उपर पैण देना है, उस दे प्रभाव नूं ही ग्रहण करना है। बुरे जिहड़े साथी उन्हां दा समूह जिहड़ा त्याग देना चाहिदा है। जेकर असीं चंगे मनुखां दा साथ धारण करांगे ते असीं चंगे इंसान बनांगे, ते सानूं हमेशा चंगे इंसान बनना चाहिदा है। अपने मन नूं हमेशा चंगे पासे लाउण दी कोशिश करो। प्यारे बच्चों, सानूं हमेशा अपने मन नूं पढ़ाई करन, चंगियां गल्लां सीखण वाला बनाउणा चाहिदा है। चंगियां गल्लां सीखणियां चाहीदियां हन, कदे भी किसी की बुराई नहीं करनी चाहिदी, ना ही सुननी चाहिदी है। हमेशा अपने मन अंदर विचार करनी चाहिदी है कि मैं केवल चंगे साथियां दा ही साथ करना है, उन्हां दे ही जीवन नूं दे जिहड़े गुण हैं उन्हां नूं ग्रहण करना है। चंगे साथियां दी साथ करके तुसी एक पारस वांग बन जाओगे जो सोने विच बदल दिंदा है। जे चंगे साथियां दा साथ अपनाओगे तो तुहाडा जीवन सवर जाएगा। चंगा समूह अपनाओ ते अपना जीवन सवारो। जेकर असी जीवन विच बुलंदियां नूं छूहना चाहुंदे हां, जीवन दे विच अगाह निकलना चाहुंदे हां, कई वारी साडे साथी इस दौड़ दे विच आप ही अगे निकलना चाहुंदे हन ते सानू भी यही सलाह देणगे कि तुसी भी अपनी इस चल रही जिंदगी दे विच अगाह वधो। तो बच्चों, हमेशा वधना भी चाहिदा है, चंगी सोच अपनाउणी चाहिदी है। कई बार असीं सोचदे हां कि यह साथी वेला है, इसनूं कोई काम नहीं आ, असीं बहुत काम करदे हां, तो साडा ज़्यादा जिहड़ी ओवर कॉन्फिडेंस भी सानूं जिहड़ा वो नहीं होना चाहिदा। ते कुछ क साथियां दी इस तरह की एक कहानी है जो शहर काम करन लई जांदे हन, ते रस्ते विच उन्हां नाल की वापरदा है, आओ एक छोटी जी कहानी भी देखते हां। एक वार दी गल है, एक पिंड विच 4 मित्र रहंदे सन। ਉਹ बचपन तो नाल नाल खेडदे ਵੱਡੇ ਹੋਏ ਸਨ। ਉਹਨਾਂ ਵਿੱਚੋਂ 3 ਮਿੱਤਰ ਤਾਂ ਪੜਨ ਲਿਖਣ ਵਿੱਚ ਹੀ ਲੱਗੇ ਰਹਿੰਦੇ ਸਨ ਤੇ ਚੌਥਾ ਜਿਹਦਾ ਨਾਂ ਬਿਰਜੂ ਸੀਗਾ, ਉਹਨੂੰ ਪੜ੍ਹਾਈ ਲਿਖਾਈ ਦਾ ਮਸਾਂ ਕੋ ਵੀ ਸ਼ੌਕ ਨਹੀਂ ਸੀਗਾ। ਇੱਕ ਦਿਨ ਉਹ ਤਿੰਨੋਂ ਮਿੱਤਰ ਇਕੱਠੇ ਹੋਏ। ਉਹਨਾਂ ਵਿੱਚੋਂ ਇੱਕ ਬੋਲਿਆ, ਮਿੱਤਰੋ, ਕਿਉਂ ਨਾ ਆਪਾਂ ਸ਼ਹਿਰ ਜਾ ਕੇ ਆਪਣੀ ਕਿਸਮਤ ਚਮਕਾਈਏ। ਜੋ ਕੁਝ ਕਿਤਾਬਾਂ ਵਿੱਚ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ ਹੈ ਉਸ ਦਾ ਲਾਭ ਸਾਨੂੰ ਪਿੰਡ ਵਿੱਚ ਨਹੀਂ ਮਿਲ ਸਕਦਾ। ਗੱਲ ਤਾਂ ਤੂੰ ਠੀਕ ਕਹਿਣਾ, ਪਰ ਆਪਾਂ ਬਿਰਜੂ ਨੂੰ ਨਾਲ ਨਹੀਂ ਲੈ ਕੇ ਜਾਣਾ। ਉਹ ਤਾਂ ਨਿਰਾ ਗਵਾਰ ਸਾਡੇ ਉੱਤੇ ਬੋਝ ਬਣੂਗਾ। ਗੱਲ ਤਾਂ ਤੇਰੀ ਠੀਕ ਹੈ ਯਾਰ, ਉਹਨੂੰ ਆਉਂਦਾ ਜਾਂਦਾ ਤਾਂ ਕੁਝ ਹੈ ਨਹੀਂ, ਪਰ ਹੈ ਸਾਡੇ ਬਚਪਨ ਦਾ ਬੇਲੀ। ਅਸੀਂ ਉਹਨੂੰ ਇੱਥੇ ਇਕੱਲੇ ਨੂੰ ਨਹੀਂ ਛੱਡ ਸਕਦੇ, ਚਾਹੇ ਜੋ ਵੀ ਹੋਵੇ ਉਹਨੂੰ ਨਾਲ ਲੈ ਚਲਦੇ ਆਂ। ਜੋ ਆਪਾਂ ਕਮਾਵਾਂਗੇ ਉਸ ਵਿੱਚੋਂ ਉਹਨੂੰ ਵੀ ਕੁਝ ਦੇ ਦਾਂਗੇ। ਠੀਕ ਹੈ ਭਾਈ, ਜਿਵੇਂ ਤੁਹਾਡੀ ਮਰਜ਼ੀ। ਇਸ ਤਰ੍ਹਾਂ ਉਹ ਚਾਰੋਂ ਮਿੱਤਰ ਸ਼ਹਿਰ ਵੱਲ ਨੂੰ ਟੁਰ ਪਏ। ਪਰ ਸ਼ਹਿਰ ਦੀ ਰਾਹ ਵਿੱਚ ਇੱਕ ਜੰਗਲ ਵੀ ਪੈਂਦਾ ਸੀ। ਜਦੋਂ ਉਹ ਚਾਰੋਂ ਕੁਝ ਦੂਰ ਉਸ ਜੰਗਲ ਵਿੱਚ ਪਹੁੰਚੇ ਕਿ ਅਚਾਨਕ ਉਹਨਾਂ ਨੂੰ ਹੱਡੀਆਂ ਦਾ ਇੱਕ ਢੇਰ ਨਜ਼ਰ ਆਇਆ। ਓਏ ਰੱਬਾ, ਇਹ ਹੱਡੀਆਂ ਤਾਂ ਬੱਬਰ ਸ਼ੇਰ ਦੀਆਂ ਲੱਗਦੀਆਂ। ਮਿੱਤਰੋ, ਕਿਉਂ ਨਾ ਆਪਾਂ ਇੱਥੇ ਹੀ ਆਪਣੇ ਗਿਆਨ ਦੀ ਪ੍ਰੀਖਿਆ ਲੈ ਲਈਏ। ਮੈਂ ਹੱਡੀਆਂ ਨੂੰ ਇਕੱਠਾ ਕਰਕੇ ਕੰਕਾਲ ਬਣਾ ਸਕਦਾ।
ਜੇ ਤੂੰ ਕੰਕਾਲ ਖੜਾ ਕਰ ਸਕਦਾ ਤੇ ਮੈਂ ਉਸ ਵਿੱਚ ਮਾਸਪੇਸ਼ੀਆਂ ਤੇ ਚਮੜੀ ਭਰ ਸਕਦਾ। ਜੇ ਤੁਸੀਂ ਦੋਵਾਂ ਨੇ ਇਹ ਕੰਮ ਠੀਕ ਤਰ੍ਹਾਂ ਕਰਤਾ ਤਾਂ ਉਸਦੇ ਸਰੀਰ ਵਿੱਚ ਜਾਨ ਪਾਉਣ ਦਾ ਕੰਮ ਮੇਰਾ। ਓਏ ਇਹ ਤਿੰਨੇ ਸ਼ੁਦਾਈ ਹੋ ਗਏ ਨੇ। ਜੇ ਸੱਚੀ ਮੁੱਚੀ ਇਹ ਹੱਡੀਆਂ ਸ਼ੇਰ ਦੀਆਂ ਹੋਈਆਂ ਤਾਂ ਬੇੜਾ ਗਰਕ ਹੋ ਜਾਊ। ਸ਼ਾਂਤਨੂ ਨੇ ਹੱਡੀਆਂ ਨੂੰ ਜੋੜ ਕੇ ਕੰਕਾਲ ਬਣਾ ਦਿੱਤਾ। ਉਸ ਕੰਕਾਲ ਨੂੰ ਵੇਖ ਕੇ ਸ਼ਾਂਤਨੂ ਆਪਣੀ ਸਫਲਤਾ ਤੇ ਬੜਾ ਹੀ ਖੁਸ਼ ਹੋਇਆ। ਦੇਖਿਆ, ਮੈਂ ਕਿਹਾ ਸੀ ਨਾ ਭਈ ਇਹ ਹੱਡੀਆਂ ਸ਼ੇਰ ਦੀਆਂ ਹੀ ਨੇ। ਤੂੰ ਤਾਂ ਵਿਦਵਾਨ ਹੈ ਯਾਰ ਸ਼ਾਂਤਨੂ। ਸੱਚਮੁੱਚ ਤੂੰ ਬੜਾ ਹੁਸ਼ਿਆਰ ਏ ਓਏ। ਬਈ ਹੁਣ ਮੈਨੂੰ ਵੀ ਆਪਣਾ ਕੰਮ ਕਰਨ ਦਿਓ, ਵੇਖਣਾ ਮੈਂ ਕਿਵੇਂ ਇਸ ਵਿੱਚ ਮਾਸਪੇਸ਼ੀਆਂ ਤੇ ਚਮੜੀ ਭਰਦਾ। ਇਹ ਕਹਿ ਕੇ ਚੰਦਰ ਆਪਣੀ ਵਿਦਿਆ ਨਾਲ ਕੰਕਾਲ ਦੇ ਵਿੱਚ ਮਾਸਪੇਸ਼ੀਆਂ ਭਰਨ ਲੱਗ ਪਿਆ। ਮਾਸਪੇਸ਼ੀਆਂ ਭਰਨ ਤੋਂ ਬਾਅਦ ਹੁਣ ਚੰਦਰ ਉਸਦੇ ਉੱਪਰ ਚਮੜੀ ਯਾਨੀ ਸਕਿਨ ਲਗਾਉਣ ਲੱਗ ਪਿਆ। ਹੁਣ ਉਹ ਕੰਕਾਲ ਇੱਕ ਮੁਰਦਾ ਸ਼ੇਰ ਦੀ ਸ਼ਕਲ ਵਿੱਚ ਤਬਦੀਲ ਹੋ ਚੁੱਕਿਆ ਸੀ। ਓਏ ਬਿਰਜੂ, ਉਹ ਕੀ ਤੈਨੂੰ ਹੁਣ ਵੀ ਨਹੀਂ ਲੱਗਦਾ ਕਿ ਤੈਨੂੰ ਪੜ੍ਹਨਾ ਚਾਹੀਦਾ ਸੀ? ਉਹ ਚੱਲ ਮੰਨ ਲਈ ਤੁਹਾਡੀ ਗੱਲ, ਪਰ ਮਿਹਰਬਾਨੀ ਕਰਕੇ ਹੁਣ ਇਸ ਵਿੱਚ ਜਾਨ ਨਾ ਪਾ ਦਿਓ ਕਿਤੇ, ਨਹੀਂ ਤੇ ਆਪਾਂ ਸਾਰੇ ਮਾਰੇ ਜਾਵਾਂਗੇ। ਮੈਂ ਕਿਹਾ ਓ ਚੁੱਪ ਏ ਮੂਰਖਾ, ਤੂੰ ਇੰਨਾ ਆਸਾਨ ਫਰਾਮੋਸ਼ ਨਿਕਲੇਗਾ ਮੈਨੂੰ ਨਹੀਂ ਸੀ ਪਤਾ। ਜਾਣਦਾ ਤੈਨੂੰ ਨਾਲ ਲਿਆਉਣ ਲਈ ਮੈਂ ਹੀ ਸਾਰਿਆਂ ਨੂੰ ਬਣਾਇਆ ਸੀ। ਪਰ ਪੁਰ ਕੁਛ ਨਹੀਂ, ਹੁਣ ਮੇਰੀ ਵਾਰੀ ਆਈ ਆਪਣਾ ਗਿਆਨ ਵਿਖਾਉਣ ਦੀ ਤੇ ਤੂੰ ਮੈਨੂੰ ਰੋਕਣਾ ਚਾਹੁੰਦਾ? ਮੈਂ ਕਿਹਾ ਜਿਵੇਂ ਤੁਹਾਡੀ ਮਰਜ਼ੀ, ਪਰ ਪਹਿਲਾਂ ਮੈਨੂੰ ਤਾਂ ਦਰਖਤ ਉੱਤੇ ਚੜ੍ਹ ਲੈਣ ਦਿਓ। ਜਾ ਭਾਜਾ ਡਰਪੋਕ। ਠੀਕ ਹੈ ਭਾਈ, ਜਿਵੇਂ ਤੁਹਾਡੀ ਮਰਜ਼ੀ। ਬਿਰਜੂ ਫਟਾਫਟ ਪੇੜ ਤੇ ਚੜ ਗਿਆ। ਤਿੰਨਾਂ ਮਿੱਤਰਾਂ ਦੇ ਕਮਾਲ ਨਾਲ ਸ਼ੇਰ ਦੇ ਵਿੱਚ ਜਾਨ ਆ ਗਈ। ਭੁੱਖਾ ਸ਼ੇਰ ਉਹਨਾਂ ਤਿੰਨਾਂ ਮਿੱਤਰਾਂ ਨੂੰ ਮਾਰ ਕੇ ਖਾ ਗਿਆ। ਥੋੜੀ ਅਭਿਆਸ ਕਰਦੇ ਹਾਂ ਕਿ ਸਮੂਹ ਦਾ ਕੀ ਪ੍ਰਭਾਵ ਪੈਂਦਾ ਹੈ। ਮਾੜੀ ਸੰਗਤ ਅਸੀਂ ਕਰਦੇ ਹਾਂ, ਉਸ ਦਾ ਕੀ ਪ੍ਰਭਾਵ ਹੁੰਦਾ ਹੈ, ਸਾਡਾ ਸੁਭਾਅ ਕਿਵੇਂ ਦਾ ਬਣ ਜਾਂਦਾ ਹੈ। ਅਸੀਂ ਹਮੇਸ਼ਾ ਕੀ ਹੋ ਜਾਂਦੇ ਹਾਂ, ਜਿੱਦੀ ਬਣ ਜਾਂਦੇ ਹਾਂ, ਜਿੱਦ ਕਰਦੇ ਹਾਂ, ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ। ਸਾਡਾ ਸਮਾਂ ਜਿਹੜਾ ਵਾ ਉਹ ਵੀ ਬਰਬਾਦ ਹੁੰਦਾ ਹੈ। ਇਸ ਦੇ ਨਾਲ ਹੋਰ ਸਾਡੇ ਜੀਵਨ ਤੇ ਕੀ ਅਸਰ ਪੈਂਦਾ ਹੈ। ਜਿੱਦ ਕਰਾਂਗੇ, ਪੜ੍ਹਾਈ ਵੱਲ ਧਿਆਨ ਨਹੀਂ ਦੇਵਾਂਗੇ, ਸਮਾਂ ਵੀ ਖਰਾਬ ਕਰਾਂਗੇ, ਉਸ ਦੇ ਨਾਲ ਨਾਲ ਅਸੀਂ ਆਪਣੇ ਮਾਪਿਆਂ ਨੂੰ ਵੀ ਪਰੇਸ਼ਾਨ ਕਰਦੇ ਹਾਂ। ਜੇਕਰ ਅਸੀਂ ਚੰਗੀ ਸੰਗਤ ਦਾ ਪ੍ਰਭਾਵ ਕਬੂਲ ਕਰਦੇ ਹਾਂ, ਉਸ ਨਾਲ ਕੀ ਹੁੰਦਾ ਹੈ, ਹਮੇਸ਼ਾ ਚੰਗੇ ਗੁਣ ਗ੍ਰਹਿਣ ਹੁੰਦੇ ਹਨ। ਅਸੀਂ ਚੰਗੇ ਗੁਣ ਗ੍ਰਹਿਣ ਕਰਦੇ ਹਾਂ, ਪੜ੍ਹਾਈ ਵੱਲ ਪੂਰਾ ਧਿਆਨ ਦਿੰਦੇ ਹਾਂ ਤੇ ਆਪਣਾ ਜੀਵਨ ਸਵਾਰਦੇ ਹਾਂ, ਜੀਵਨ ਦੇ ਵਿੱਚ ਮੰਜ਼ਿਲਾਂ ਨੂੰ ਹਾਸਿਲ ਕਰਦੇ ਹਾਂ। ਸਮੇਂ ਦੀ ਸਹੀ ਵਰਤੋਂ ਕਰਦੇ ਹਾਂ। ਜੇ ਸਮੇਂ ਦੀ ਸਹੀ ਵਰਤੋਂ ਕਰਦੇ ਹਾਂ ਤੇ ਸਾਨੂੰ ਸਮਾਂ, ਸਾਡਾ ਕੰਮ ਸਾਨੂੰ ਬੁਲੰਦੀਆਂ ਤੇ ਲੈ ਜਾਂਦਾ ਹੈ। ਫਿਰ ਅਸੀਂ ਮਾਪਿਆਂ ਦੀਆਂ ਉਮੀਦਾਂ ਤੇ ਪੂਰਾ ਉਤਰਦੇ ਹਾਂ ਤੇ ਮਾਪੇ ਵੀ ਸਾਡੇ ਉੱਪਰ ਬਹੁਤ ਖੁਸ਼ ਹੁੰਦੇ ਹਨ। ਸੋ ਬੱਚਿਓ, ਸਾਨੂੰ ਚੰਗਾ ਹੀ ਅਪਣਾਉਣਾ ਚਾਹੀਦਾ ਹੈ। ਪਿਆਰੇ ਵਿਦਿਆਰਥੀਓ, ਆਓ ਅਸੀਂ ਹੁਣ ਪਹਿਲੀ ਕਿਰਿਆ ਤੇ ਆਧਾਰਿਤ ਵੀਡੀਓ ਦੇਖਦੇ ਹਾਂ। ਉਸ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਸਾਡੇ ਸਾਥੀਆਂ ਦਾ ਸਾਡੇ ਉੱਪਰ ਪ੍ਰਭਾਵ ਪੈਂਦਾ ਹੈ ਤੇ ਉਸ ਪ੍ਰਭਾਵ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਅੰਦਰ ਗ੍ਰਹਿਣ ਕਰ ਲੈਂਦੇ ਹਾਂ ਤੇ ਸਾਨੂੰ ਹਮੇਸ਼ਾ ਹੀ ਚੰਗਾ ਪ੍ਰਭਾਵ ਹੀ ਗ੍ਰਹਿਣ ਕਰਨਾ ਚਾਹੀਦਾ ਹੈ। ਇਸ ਵੀਡੀਓ ਰਾਹੀਂ ਅਸੀਂ ਸਭ ਕੁਝ ਸਿੱਖਦੇ ਹਾਂ। ਹਾਂ ਹਰਪਾਲ, ਕੀ ਗੱਲ ਹੈ, ਤੂੰ ਸਿਰ ਸੁੱਟਿਆ? ਬੋਲ ਤਾਂ ਸਹੀ, ਕੀ ਹੋਇਆ ਵਾ? ਸਰ ਜੀ ਇਹ ਕੱਲ ਵੀ ਨਹੀਂ ਸਕੂਲੇ ਆਇਆ
ਇਹ ਇੱਕ ਦੋਸਤ ਨੇ ਇਹਦੇ ਨੇ ਬੁਲਟ ਲਿਆ ਵਾ ਤੇ ਇਹ ਕਹਿੰਦਾ ਵਾ ਕਿ ਮੈਂ ਵੀ ਲੈਣਾ ਬੁਲਟ ਤੇ ਘਰ ਦੇ ਨਾਲ ਲੜ ਕੇ ਆਇਆ ਏ। ਮੈਂ ਸਾਡੀ ਨੂੰ ਬਹੁਤ ਸਮਝਾਇਆ ਵਾ ਕਿ ਬੁਲਟ 'ਚ ਕੁਛ ਨਹੀਂ ਰੱਖਿਆ, ਪੜ੍ਹਾਈ ਕਰ, ਪੜ੍ਹਾਈ 'ਚ ਹੀ ਆ ਸਾਰਾ ਕੁਛ। ਆਪਣੀ ਪੜ੍ਹਾਈ ਕਰੂਗਾ, ਮਿਹਨਤ ਕਰੂਗਾ, ਫਿਰ ਆਪ ਆਪਣਾ ਬੁਲਟ ਲੈ ਲੇ ਆਪਣੇ ਹੱਥ। ਸਰ ਜੀ ਅਸੀਂ ਬਹੁਤ ਸਮਝਾਇਆ ਕਿ ਜਿਹੜੇ ਬੱਚੇ ਤੈਨੂੰ ਗਲਤ ਰਾਹ ਪਾਉਂਦੇ ਆ ਕਿ ਉਹਨਾਂ ਦੀ ਸੰਗਤ ਛੱਡ ਦੇ ਤੇ ਚੰਗੇ ਬੱਚਿਆਂ ਨਾਲ ਵਿਆਹ ਕਰ, ਕਿਉਂਕਿ ਬੁਲਟ ਜ਼ਰੂਰੀ ਨਹੀਂ ਆ, ਪੜ੍ਹਾਈ ਜ਼ਰੂਰੀ ਹੈ, ਪਰ ਇਹ ਸਮਝਣ ਦਾ ਨਾਂ ਨਹੀਂ ਲੈਂਦਾ। ਸਰ ਜੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਕਲਾਸ ਦੇ ਸਾਰੇ ਬੱਚੇ ਮੈਨੂੰ ਕਿੰਨਾ ਮਖੌਲ ਕਰ ਦਿੰਦੇ ਸੀ, ਉਹ ਛੋਟੂ, ਉਹ ਮੋਟੂ, ਉਹ ਕਾਲਿਆ ਤੇ ਹੋਰ ਕਈ ਕੁਝ। ਸ਼ੁਰੂ ਤੋਂ ਮੈਂ ਵੀ ਇਹਨਾਂ ਦੀ ਗੱਲ ਦਾ ਬੜਾ ਗੁੱਸਾ ਕਰਦਾ ਹੁੰਦਾ ਸੀ, ਕਦੀ ਕਦਾਂ ਲੜ ਵੀ ਪੈਂਦਾ ਹੁੰਦਾ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਸਕੂਲ ਹੀ ਨਾ ਆਵਾਂ। ਸਰ ਜੀ ਜਦੋਂ ਪਿਛਲੇ ਸਾਲ ਤੁਸੀਂ ਪ੍ਰਯੋਗਸ਼ਾਲਾ ਵਿੱਚ ਬੁਲਾ ਕੇ ਮੈਨੂੰ ਸਮਝਾਇਆ ਕਿ ਤੂੰ ਇਹਨਾਂ ਦੀ ਗੱਲ ਦਾ ਗੁੱਸਾ ਕਰੇਂਗਾ ਤਾਂ ਇਹ ਤੈਨੂੰ ਹੋਰ ਤੰਗ ਕਰਨਗੇ, ਇਸ ਦਾ ਇੱਕੋ ਹੀ ਹੱਲ ਹੈ ਕਿ ਤੂੰ ਇਹਨਾਂ ਦੀ ਗੱਲ ਦਾ ਗੁੱਸਾ ਕਰਨਾ ਛੱਡ ਦੇ, ਇਹ ਆਪਣੇ ਆਪ ਹੀ ਤੈਨੂੰ ਤੰਗ ਕਰਨਾ ਹਟ ਜਾਣਗੇ। ਮੈਂ ਤੁਹਾਡੀ ਗੱਲ ਪੱਲੇ ਬੰਨ੍ਹ ਲਈ, ਮੈਂ ਇਹਨਾਂ ਦੀ ਗੱਲ ਵੱਲ ਧਿਆਨ ਨਹੀਂ ਦਿੰਦਾ ਰਿਹਾ। ਕੁਝ ਸਮੇਂ ਬਾਅਦ ਇਹ ਆਪਣੇ ਆਪ ਹੀ ਤੰਗ ਕਰਨੋਂ ਹਟ ਗਏ। ਜੇ ਮੈਂ ਸਕੂਲ ਛੱਡ ਦਿੰਦਾ ਤਾਂ ਇਹਨਾਂ ਦਾ ਕੀ ਜਾਣਾ ਸੀ, ਨੁਕਸਾਨ ਤਾਂ ਮੇਰਾ ਹੀ ਹੋਣਾ ਸੀ। ਬੇਟਾ ਦੇਖ ਕਿੰਨੇ ਵਧੀਆ ਵਧੀਆ ਤੇਰੇ ਦੋਸਤ ਆ, ਤੈਨੂੰ ਚੰਗੀਆਂ ਗੱਲਾਂ ਸਮਝਾ ਰਹੇ ਨੇ। ਮੈਂ ਤਾਂ ਕਹਿੰਦਾ ਤੂੰ ਉਹਨਾਂ ਦੋਸਤਾਂ ਨੂੰ ਵੀ ਇਹਨਾਂ ਦੇ ਨਾਲ ਮਿਲਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸਲ ਦੋਸਤ ਕੀ ਹੁੰਦੇ ਨੇ। ਉਹ ਦੋਸਤ ਨੇ ਜਿਹੜੇ ਤੁਹਾਨੂੰ ਕਿਸੇ ਕੰਮ ਵਾਸਤੇ ਉਸਤਾਉਣ, ਜਿਹੜਾ ਕੰਮ ਤੁਸੀਂ ਨਹੀਂ ਕਰ ਸਕਦੇ, ਜੋ ਤੁਹਾਡੇ ਵੱਸ ਨਹੀਂ ਹੈ। ਉਹ ਦੋਸਤ ਹੈ ਜਿਹੜਾ ਤੁਹਾਡੇ ਔਖੇ ਵੇਲੇ 'ਚ ਵੀ ਤੁਹਾਡੇ ਸਾਥ ਦੇਵੇ। ਮੈਂ ਤਾਂ ਕਹਿੰਦਾ ਕਿ ਇਹੋ ਜਿਹੇ ਦੋਸਤਾਂ ਦੇ ਸੰਗਤ ਕਰਕੇ ਜੇ ਤੂੰ ਨਹੀਂ ਸਮਝਦਾ ਫਿਰ ਤੂੰ ਕਦੀ ਸਮਝ ਹੀ ਨਹੀਂ ਸਕਦਾ। ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਦਾ ਖਿਆਲ ਛੱਡੋ ਤੇ ਪੜ੍ਹਾਈ ਵੱਲ ਖਿਆਲ ਕਰੋ, ਠੀਕ ਹੈ। ਹਾਂ ਹਰਬਾਜ ਦੱਸ ਕੀ ਆ ਨਾਲ ਤੂੰ ਤਾਂ ਮੂੰਹ ਕਰ, ਇਧਰ ਆ ਮੇਰੇ ਕੋਲ ਦੱਸ ਹੁਣ। ਦੱਸ ਹੁਣ ਚਾਹੀਦਾ ਤੈਨੂੰ ਅਜੇ ਵੀ ਬੁਲਟ? ਸਰ ਹੁਣ ਮੈਨੂੰ ਸਮਝ ਆ ਗਈ ਆ, ਬੁਲਟ ਨਹੀਂ ਪੜ੍ਹਾਈ ਜ਼ਰੂਰੀ ਆ, ਤੇ ਹੁਣ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਕਿ ਹੁਣ ਮੈਂ ਪੜ੍ਹਾਈ ਕਰੂੰਗਾ ਤੇ ਇਹੋ ਜਿਹੀਆਂ ਚੀਜ਼ਾਂ ਦੀ ਕਦੇ ਵੀ ਜੇਦ ਨਹੀਂ ਕਰੂੰਗਾ, ਜਿਹਦੇ ਕਰਕੇ ਘਰਦਿਆਂ ਦਾ ਤੇ ਮੇਰੇ ਦੋਸਤਾਂ ਦਾ ਮਨ ਦੁਖਦਾ। ਅਸੀਂ ਵੀਡੀਓ ਨੂੰ ਦੇਖਿਆ, ਕੀ ਦੇਖਦੇ ਹਾਂ ਕਿ ਮਨਿੰਦਰ ਜਿਸ ਉੱਪਰ ਆਪਣੇ ਸਾਥੀਆਂ ਦਾ ਪ੍ਰਭਾਵ ਪੈਂਦਾ ਹੈ, ਕਿਵੇਂ ਉਹ ਉਹਨਾਂ ਦੇ ਰਹਿਣ ਸਹਿਣ, ਉਹਨਾਂ ਦੇ ਗੱਲਬਾਤ ਕਰਨ ਦੇ ਪ੍ਰਭਾਵ ਨੂੰ ਆਪਣੇ ਉੱਪਰ ਕਾਫੀ ਹੱਦ ਤੱਕ ਲੈ ਲੈਂਦਾ ਹੈ। ਆਪਣੇ ਮਾਪਿਆਂ ਨੂੰ ਵੀ ਤੰਗ ਪਰੇਸ਼ਾਨ ਕਰਦਾ ਹੈ, ਖੁਦ ਵੀ ਤੰਗੀ ਵਿੱਚ ਰਹਿੰਦਾ ਹੈ, ਪਰੇਸ਼ਾਨ ਹੁੰਦਾ ਹੈ। ਉਸ ਨਾਲ ਨੁਕਸਾਨ ਕਿਸ ਦਾ ਹੁੰਦਾ ਹੈ? ਉਸ ਦਾ ਆਪਣਾ ਖੁਦ ਦਾ। ਪਰ ਚੰਗੇ ਸਾਥੀਆਂ ਦੇ ਨਾਲ ਜਦੋਂ ਮਿਲਦਾ ਹੈ, ਉਹਨਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਦਾ ਹੈ ਤੇ ਉਸ ਦਾ ਜੀਵਨ ਬਦਲ ਜਾਂਦਾ ਹੈ। ਅਧਿਆਪਕ ਦੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨ ਨਾਲ ਉਸ ਨੂੰ ਸਮਝ ਆ ਜਾਂਦੀ ਹੈ ਕਿ ਸਾਨੂੰ ਚੰਗੇ ਸਾਥੀ ਜੀਵਨ ਜਿਹੜਾ ਸਾਡਾ ਸਵਾਰ ਦਿੰਦੇ ਹਨ। ਆਓ ਹੁਣ ਅਸੀਂ ਇਸ ਸੰਬੰਧੀ ਕੁਝ ਵਰਕਸ਼ੀਟ ਕਰਦੇ ਹਾਂ। ਸਾਥੀਓ, ਅਸੀਂ ਹੁਣ ਵਰਕਸ਼ੀਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਮਨਿੰਦਰ। ਤੁਸੀਂ ਹੁਣੇ ਵੀਡੀਓ ਦੇਖੀ, ਉਸ 'ਚ ਤੁਸੀਂ ਦੇਖਿਆ ਸੀ ਮਨਿੰਦਰ ਕਿਸ ਦੇ ਪ੍ਰਭਾਵ ਨਾਲ ਸੁਧਰਦਾ ਹੈ, ਤੇ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਆਪਣੀ ਸਮਝ ਨਾਲ ਦੇਵੋਗੇ ਕਿ ਮਨਿੰਦਰ ਨੇ ਕਿਸ ਦਾ ਪ੍ਰਭਾਵ ਕਬੂਲ ਕੀਤਾ ਤੇ ਆਪਣਾ ਜੀਵਨ ਸਵਾਰਿਆ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਤੁਹਾਡੇ ਸਾਥੀ, ਸਮੂਹ ਦੇ ਸਾਥੀ ਕਿਸ ਤਰ੍ਹਾਂ ਦੇ ਪ੍ਰਭਾਵ ਪਾਉਂਦੇ ਹਨ। ਉਹ ਚੰਗੇ ਪਾਉਂਦੇ ਹਨ, ਮਾੜੇ ਪਾਉਂਦੇ ਹਨ? ਇਸ ਦਾ ਉੱਤਰ ਵੀ ਤੁਸੀਂ ਆਪਣੀ ਸਮਝ ਨਾਲ ਦੇਣਾ ਹੈ। ਗੱਲ ਕਰਦੇ ਹਾਂ ਕਿ ਸਮੂਹ ਦੇ ਪ੍ਰਭਾਵ ਤੋਂ ਅਗਵਾਈ ਲੈਣੀ ਚਾਹੀਦੀ ਹੈ। ਸਾਥੀਆਂ ਦੇ ਪ੍ਰਭਾਵ ਤੋਂ ਅਗਵਾਈ ਲੈਣੀ ਚਾਹੀਦੀ ਹੈ। ਉਹ ਕਿਵੇਂ ਦੀ ਲੈਣੀ ਚਾਹੀਦੀ ਹੈ? ਚੰਗੀ ਲੈਣੀ ਚਾਹੀਦੀ ਹੈ ਜਾਂ ਮਾੜੀ? ਚੰਗੇ ਜਾਂ ਬੁਰੇ? ਇਹ ਤੁਸੀਂ ਖੁਦ ਆਨਸਰ ਦੇਵੋਗੇ ਤੇ ਇਸ ਨੂੰ ਸਮਝੋਗੇ ਚੰਗੀ ਤਰ੍ਹਾਂ। ਅੱਗੇ ਅਸੀਂ ਗੱਲ ਕਰੀਏ, ਮੰਨ ਲਓ ਤੁਸੀਂ ਸਕੂਲ ਵਿੱਚ ਗਏ ਹੋ, ਤੁਸੀਂ ਆਪਣਾ ਕਲਾਸਾਂ ਲਗਵਾ ਰਹੇ ਹੋ। ਤੁਹਾਡੇ ਕੁਝ ਸਾਥੀ ਤੁਹਾਨੂੰ ਕਹਿੰਦੇ ਹਨ, 4 ਜਾਂ 5 ਸਾਥੀ ਕੀ ਕਹਿੰਦੇ ਹਨ ਮਿਲ ਕੇ
ਕਿ ਜਮਾਤ ਦਾ ਪੀਰੀਅਡ ਨਾ ਲਗਾਈਏ, ਅੱਜ ਅਸੀਂ ਕਲਾਸ ਨਾ ਲਗਾਈਏ, ਉਸ ਸਮੇਂ ਤੁਸੀਂ ਉਸ ਨੂੰ ਕੀ ਕਹੋਗੇ? ਮੰਨ ਲਓ ਤੁਸੀਂ ਸਕੂਲ ਵਿੱਚ ਹੋ, ਤੁਸੀਂ ਪੜ੍ਹਨ ਗਏ ਹੋ ਸਕੂਲ, ਪਰ ਤੁਹਾਡੇ ਸਾਥੀ ਤੁਹਾਨੂੰ ਜਮਾਤ ਦਾ ਪੀਰੀਅਡ ਨਾ ਲਗਾਉਣ ਲਈ ਕਹਿ ਰਹੇ ਹਨ, ਤਾਂ ਤੁਸੀਂ ਉਸ ਨੂੰ ਕੀ ਕਹੋਗੇ? ਸੋ ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਪਾਣੀ ਦਾ ਸੁਭਾਅ ਹੈ ਕਿ ਉਹ ਹਮੇਸ਼ਾ ਨੀਵੇਂ ਪਾਸੇ ਨੂੰ ਹੀ ਚੱਲਦਾ ਹੈ, ਤੇ ਅਸੀਂ ਵੀ ਹਮੇਸ਼ਾ ਹੀ ਨੈਤਿਕ ਕਦਰਾਂ ਕੀਮਤਾਂ ਦੀ ਗਿਰਾਵਟ ਵਾਲੀ ਸਾਈਡ ਨੂੰ ਬਹੁਤ ਜਲਦੀ ਚਲੇ ਜਾਂਦੇ ਹਾਂ। ਪਰ ਸਾਡਾ ਜੀਵਨ ਹੈ, ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਸਾਥੀਆਂ ਦੇ ਸਹਿਯੋਗ ਦੇ ਨਾਲ, ਮਿਲਵਰਤਨ ਦੇ ਨਾਲ, ਉਹਨਾਂ ਦੇ ਚੰਗੇ ਵਿਚਾਰਾਂ ਦੇ ਨਾਲ ਆਪਣੇ ਜੀਵਨ ਨੂੰ ਸਵਾਰਨਾ ਹੈ, ਉਹਨਾਂ ਦੀ ਚੰਗੀ ਸੋਚ ਨੂੰ ਅਪਣਾਉਣਾ ਹੈ। ਮਾੜੇ ਪ੍ਰਭਾਵ ਨੂੰ ਅਸੀਂ ਗ੍ਰਹਿਣ ਨਹੀਂ ਕਰਨਾ। ਤੇ ਜਦੋਂ ਸਾਡੇ ਅੰਦਰ ਚੰਗੀ ਸੋਚ ਆ ਜਾਏਗੀ, ਚੰਗੇ ਸਾਥੀਆਂ ਦਾ ਮੇਲ ਜੋਲ ਹੋ ਜਾਏਗਾ, ਤੇ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਜੀਵਨ ਬਦਲ ਜਾਵੇਗਾ। ਸੋ ਪਿਆਰੇ ਵਿਦਿਆਰਥੀਓ, ਹਮੇਸ਼ਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਤੁਹਾਨੂੰ ਸਹੀ ਲੱਗਦਾ ਹੈ, ਸਹੀ ਦੀ ਵੀ ਸਮਝ ਹੋਣੀ ਚਾਹੀਦੀ ਹੈ, ਤੇ ਤੁਹਾਡੇ ਨਾਲ ਗਲਤ ਕੀ ਹੋ ਰਿਹਾ ਹੈ ਜਾਂ ਤੁਹਾਨੂੰ ਕਿਸ ਗਲਤ ਚੀਜ਼ ਨੇ ਪ੍ਰਭਾਵਿਤ ਕੀਤਾ ਹੈ, ਉਸ ਨੂੰ ਸਮਝਣਾ ਹੈ। ਉਸ ਪਾਸੇ ਜਾਣ ਦੀ ਬਜਾਏ ਆਪਣਾ ਮਨ ਜਿਹੜਾ ਪੜ੍ਹਾਈ ਵੱਲ, ਚੰਗੀਆਂ ਪੁਸਤਕਾਂ ਪੜ੍ਹਨ ਵੱਲ ਲਗਾਉਣਾ ਚਾਹੀਦਾ ਹੈ, ਤੇ ਚੰਗੇ ਸਾਥੀਆਂ ਦਾ ਪ੍ਰਭਾਵ ਕਬੂਲਣਾ ਚਾਹੀਦਾ ਹੈ, ਨਾ ਕਿ ਮਾੜੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਤੇ ਆਪਣੇ ਜੀਵਨ ਦੇ ਵਿੱਚ ਕੋਈ ਨੁਕਸਾਨ ਉਠਾਉਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਤੇ ਹਮੇਸ਼ਾ ਹੀ ਆਪਣੇ ਸਾਥ ਨੂੰ, ਆਪਣੇ ਵਿਚਾਰਾਂ ਨੂੰ ਸਕਾਰਾਤਮਕ ਸੋਚ ਲੈ ਕੇ ਹੀ ਚੱਲੋਗੇ। ਤੇ ਨਾਲ ਹੀ ਅਸੀਂ ਇਸ ਵੀਡੀਓ ਦੇ ਵਿੱਚ ਜਿਨ੍ਹਾਂ ਵੀ ਸਾਧਨਾਂ ਦੀ ਜਾਂ ਜਿਨ੍ਹਾਂ ਚੀਜ਼ਾਂ ਦੀ ਅਸੀਂ ਵਰਤੋਂ ਕੀਤੀ ਹੈ, ਉਹਨਾਂ ਦਾ ਵੀ, ਸਾਥੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਧੰਨਵਾਦ।